ਮੈਂ ਗਿੱਧਿਆਂ ਦੀ ਰਾਣੀ ਹਾਣੀਆਂ ਸਾਰੇ ਪਿੰਡ ਵਿੱਚ ਚਰਚਾ ਵੇ ਨੱਚਦੀ ਨਾਰ ਦਾ ਹੁਸਨ ਵੇਖ ਕੇ ਨੱਚਦੀ ਨਾਰ ਦਾ ਹੁਸਨ ਵੇਖ ਕੇ ਝੁਕ ਜਾਂਦਾ ਪਿੰਡ ਸਾਰਾ ਗਿੱਧਾ ਵੇਖੀ ਵੇ ਨਾਰ ਦਾ ਵੇਖੀ ਵੇ ਸਰਦਾਰਾ ਗਿੱਧਾ ਸੋਹਣੀ ਜੀ ਜੱਟੀ ਦਾ ਵੇਖੀ ਵੇ ਸਰਦਾਰਾ ਗਿੱਧਾ ਸੋਹਣੀ ਜੀ ਜੱਟੀ ਦਾ। ਛਣਕਾਟਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਿੰਨੇ ਮੈਨੂੰ ਕਾਲਜਾਂ ਦੀਆਂ ਆਫਰਸ ਆਉਂਦੀਆਂ ਨੇ। ਜੇ ਮੈਂ ਕਹਾਂ ਵੀ ਮੈਂ ਸੇਵਾ ਕਰਦੀ ਹਾਂ, ਇਹਨੂੰ ਸੇਵਾ ਨਹੀਂ ਮੈਂ ਕਹਿੰਦੀ। ਕਿਉਂਕਿ ਕਾਲਜ ਵਾਲੇ ਸਾਨੂੰ ਪੇ ਕਰਦੇ ਨੇ। ਜੇ ਕੋਈ ਪੇਮੈਂਟ ਨਾ ਅਸੀਂ ਲਈਏ ਫਿਰ ਮੈਂ ਕਹਾਂ ਵੀ ਮੈਂ ਸੇਵਾ ਕਰ ਰਹੀ ਹਾਂ, ਮੈਂ ਇਹਨੂੰ ਸੇਵਾ ਨਹੀਂ ਕਹਾਂਗੀ। ਜਿਹਨੂੰ ਅਸੀਂ ਸੱਭਿਆਚਾਰ ਕਹਿ ਰਹੇ ਹਾਂ, ਸੱਭਿਆਚਾਰ ਵਿੱਚ ਤਾਂ ਸਾਡਾ ਉੱਠਣਾ ਬੈਠਣਾ ਖਾਣਾ ਪੀਣਾ ਰੀਤੀ ਰਿਵਾਜ ਸਾਰਾ ਕੁਝ ਆਉਂਦਾ। ਹੁਣ ਪੰਜਾਬੀਆਂ ਦੀ ਖਾਸੀਅਤ ਇਹੀ ਹੈ, ਇਹ ਜੰਮਦਾ ਵੀ ਗੀਤਾਂ ਵਿੱਚ ਹੈ, ਪ੍ਰਵਾਨ ਵੀ ਗੀਤਾਂ 'ਚ ਹੁੰਦਾ ਹੈ ਤੇ ਅਲਵਿਦਾ ਵੀ ਗੀਤਾਂ ਦੇ ਵਿੱਚ ਹੀ ਕਹਿ ਜਾਂਦਾ। ਇੰਨੀ ਕੁ ਮੈਨੂੰ ਸਪੋਰਟ ਰਹੀ ਆ। ਹੁਣ ਵੀ ਜਦੋਂ ਕੋਈ ਫੰਕਸ਼ਨ ਹੁੰਦਾ ਹੈ ਉਹ ਕਹਿੰਦੇ ਵੀ ਜਸਬੀਰ ਤੋਂ ਬਿਨਾਂ ਰੌਣਕ ਨਹੀਂ ਲੱਗੀ। ਮੈਂ ਹੱਸਦੀ ਹੁੰਨੀ ਆ, ਮੈਂ ਕਿਹਾ ਵੀ ਮੈਨੂੰ ਬਿਨਾਂ ਰੌਣਕ ਤੇ ਵੀ ਬੁਲਾ ਲਿਆ ਕਰੋ ਕਿ ਸਿਰਫ ਤੁਸੀਂ ਮੈਨੂੰ ਰੌਣਕ ਵਾਸਤੇ ਹੀ ਬੁਲਾਉਂਦੇ ਆ। ਮੈਂ ਕਹਿਣਾ ਤਾਂ ਨਹੀਂ ਚਾਹੁੰਦੀ, ਸਾਡੇ ਅੱਜ ਕੱਲ੍ਹ ਲੇਡੀਜ਼ ਦੇ ਅੱਗੇ ਨਾ ਆਉਣ ਕਰਕੇ ਹੀ ਮੁੰਡਿਆਂ ਨੇ ਇਹ ਕੰਮ ਸਾਂਭਿਆ। ਜੇਕਰ ਅਸੀਂ ਕੰਮ ਸਾਂਭਿਆ ਹੁੰਦਾ, ਮੇਰੇ ਵਰਗੀਆਂ 2-4 ਹੋਰ ਮੇਰੀਆਂ ਭੈਣਾਂ ਅੱਗੇ ਆਈਆਂ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਤੀਆਂ ਜਿਹੜੀਆਂ ਮਰਦਾਂ ਨੂੰ ਲਾਉਣੀਆਂ ਪੈਂਦੀਆਂ। ਮੈਂ ਜੀ ਫਤਿਹਗੜ੍ਹ ਸਾਹਿਬ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ ਮੇਰਾ, ਫਿਰੋਜ਼ਪੁਰ। ਮੇਰਾ ਜਨਮ ਉੱਥੇ ਇੱਕ ਜੱਟ ਫੈਮਿਲੀ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਪ੍ਰਾਇਮਰੀ ਸਕੂਲ ਦੀ ਵਿੱਦਿਆ ਉਹ ਵੀ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ 'ਚੋਂ ਹੀ ਕੀਤੀ ਹੈ। ਤੇ ਉਸ ਤੋਂ ਬਾਅਦ ਮੈਂ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ, ਜਿੱਥੋਂ ਮੈਂ ਗਿੱਧੇ ਵੀ ਨਾਲ ਹੀ ਸ਼ੁਰੂ ਕਰਤੇ ਸੀ, ਉਹ ਸੀ ਮੇਰੀ ਬੱਸੀ ਪਠਾਣਾ ਤੋਂ ਗਵਰਨਮੈਂਟ ਸਕੂਲ ਤੋਂ। ਇਸ ਤੋਂ ਉਪਰੰਤ ਫਿਰ ਗ੍ਰੈਜੂਏਸ਼ਨ ਮੈਂ ਕੀਤੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਤੋਂ ਤੇ ਫਿਰ ਇਸ ਤੋਂ ਬਾਅਦ MA ਕੁਰੂਕਸ਼ੇਤਰ ਯੂਨੀਵਰਸਿਟੀ ਤੋਂ, MPhil ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਤੇ ਡਾਕਟਰੇਟ ਜਿਹੜੀ ਮੈਂ ਕੀਤੀ ਉਹ ਪੰਜਾਬ ਯੂਨੀਵਰਸਿਟੀ ਤੋਂ ਤੇ ਜਿਹੜੀ ਮੇਰੀ ਜੌਬ ਹੈ ਉਹ GND ਦੇ ਅੰਡਰ ਜਿਹੜਾ ਕਾਲਜ ਪੈਂਦਾ ਹੈ RK ਆਰੀਆ ਕਾਲਜ ਨਵਾਂਸ਼ਹਿਰ। ਗਿੱਧੇ ਦੇ ਵਿੱਚ ਜਦੋਂ ਮੈਂ ਪਿੰਡ ਦੇ ਵਿੱਚ ਰਹਿੰਦੀ ਸੀ ਤਾਂ ਉਸ ਸਮੇਂ ਜਦੋਂ ਮੇਰੇ ਮੰਮਾ ਕਿਸੇ ਵਿਆਹ ਦੇ ਵਿੱਚ ਜਾਂਦੇ ਸੀ ਤਾਂ ਮੈਂ ਉਹਨਾਂ ਦੇ ਨਾਲ ਜਾਂਦੀ ਸੀ, ਕਿਉਂਕਿ ਮੈਂ 3 ਭਰਾਵਾਂ ਦੀ ਇੱਕੋ ਇੱਕ ਲਾਡਲੀ ਭੈਣ ਹੈ ਤੇ ਮੈਂ ਬਹੁਤ ਹੀ ਲਾਡਾਂ ਪਿਆਰਾਂ ਦੇ ਵਿੱਚ ਮੈਨੂੰ ਪਾਲਿਆ ਗਿਆ। ਤੇ ਜਦੋਂ ਉਹ ਨਾਲ ਲੈ ਕੇ ਜਾਂਦੇ ਸੀ ਤਾਂ ਉਸ ਸਮੇਂ ਦੇ ਵਿੱਚ ਔਰਤਾਂ ਵਿਆਹ ਦੇ ਵਿੱਚ ਬਰਾਤ ਦੇ ਵਿੱਚ ਨਾਲ ਨਹੀਂ ਸੀ ਜਾਂਦੀਆਂ, ਉਹ ਪਿੱਛੋਂ ਗਿੱਧਾ ਪਾਉਂਦੀਆਂ ਸੀ। ਮੈਂ ਉਹ ਗਿੱਧਾ ਵੇਖਦੀ ਸੀ ਤੇ ਘਰ ਆ ਕੇ ਮੈਂ ਉਵੇਂ ਆ ਕੇ ਬੋਲੀਆਂ ਪਾਈ ਜਾਣੀਆਂ, ਬਰੋਟਾ ਲਾ ਗਿਆ ਝੂਟਣ ਨੂੰ, ਬਰੋਟਾ ਲਾ ਗਿਆ ਝੂਟਣ ਨੂੰ। ਉਦੋਂ ਮੈਨੂੰ ਮਤਲਬ ਨਹੀਂ ਸੀ ਪਤਾ ਵੀ ਬਰੋਟਾ ਕੀ ਹੁੰਦਾ, ਕੀ ਝੂਟਣ ਨੂੰ ਲਾ ਗਿਆ, ਹੈ ਨਾ। ਬਟ ਬਾਪੂ ਜੀ ਨੇ ਕਹਿਣਾ ਕੁੜੀਏ ਨਾਲ ਨਾਲ ਪੜ੍ਹ ਵੀ ਲੈ, ਇਕੱਲੇ ਬਰੋਟੇ ਨਾ ਲਾਈ ਜਾਣੀ। ਅਤੇ ਉੱਥੋਂ ਹੀ ਮੈਨੂੰ ਇਹੋ ਜਿਹੀ ਚਿਣਗ ਲੱਗੀ। ਅਤੇ ਉਸ ਤੋਂ ਬਾਅਦ ਮੈਂ ਬਹੁਤ ਛੋਟੀ ਸੀ ਜਦੋਂ ਮੇਰੇ ਵੱਡੇ ਭਰਾ ਦਾ ਵਿਆਹ ਹੋ ਗਿਆ। ਫਿਰ ਮੈਂ ਭਾਬੀਆਂ ਕੋਲੋਂ ਬਹੁਤ ਕੁਝ ਸਿੱਖਿਆ। ਮੈਂ 3 ਭਾਬੀਆਂ ਦੇ ਕੋਲੋਂ ਬਹੁਤ ਕੁਝ ਸਿੱਖਿਆ, ਕਿਉਂਕਿ 3 ਹੀ ਮਾਲਵੇ ਨੂੰ ਬਿਲੋਂਗ ਕਰਦੀਆਂ ਨੇ ਅਤੇ ਉਹਨਾਂ ਦੇ ਕੋਲੋਂ ਹੁਣ ਵੀ ਮੈਂ ਬਹੁਤ ਕੁਝ ਸਿੱਖਦੀ ਹਾਂ। ਅਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਗਈ, ਮਾਤਾ ਗੁਜਰੀ ਕਾਲਜ ਦੇ ਵਿੱਚ, ਤਾਂ ਉੱਥੇ ਮੈਂ ਗਿੱਧੇ ਦੇ ਵਿੱਚ ਪਹਿਲਾਂ ਮੈਂ ਥੋੜ੍ਹਾ ਜਿਹਾ ਪਿੱਛੇ ਨੂੰ ਹਟੀ, ਮੈਨੂੰ ਪਤਾ ਨਹੀਂ ਸੀ ਕਾਲਜ ਦੇ ਮਾਹੌਲ ਦਾ। ਪਰ ਜਿਹੜੇ ਉੱਥੇ ਮੈਡਮ ਮਾਨ ਸੀ ਅਤੇ ਉਹ ਮਿਸਿਜ਼ ਮਾਨ ਕਹਿੰਦੇ ਜਸਬੀਰ ਹੋ ਨਹੀਂ ਸਕਦਾ ਤੂੰ ਗਿੱਧਾ ਨਾ ਪਾਵੇਂ, ਹੈ ਨਾ। ਮੈਂ ਕਿਹਾ ਜੀ ਮੈਂ ਘਰੋਂ ਪੁੱਛੂੰਗੀ। ਕਹਿੰਦੇ ਮੈਂ ਪੁੱਛਣਾ, ਤੂੰ ਨਹੀਂ ਪੁੱਛਣਾ। ਉਹਨਾਂ ਨੇ ਮੈਨੂੰ ਉਹ ਦਿਨ ਜਾਵੇ ਤੇ ਇਹ ਆਵੇ।
ਤੇ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਉਦੋਂ ਵੀ ਮੈਂ ਗਿੱਧੇ ਦੇ ਵਿੱਚ ਬੈਸਟ ਡਾਂਸਰ ਆਈ, ਕਿਉਂਕਿ ਉਸ ਸਮੇਂ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਟੀਮ ਬਣਦੀ ਸੀ, ਸਾਰੇ ਕਾਲਜਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਬੱਚਾ ਲਿਆ ਜਾਂਦਾ ਸੀ ਜਿਹੜਾ ਬੈਸਟ ਹੁੰਦਾ ਸੀ। ਜਿਵੇਂ ਹੁਣ ਆ ਨਾ ਪੂਰੀ ਦੀ ਪੂਰੀ ਟੀਮ ਚਲੇ ਜਾਂਦੀ ਆ, ਉਦੋਂ ਟੀਮ ਐਵੇਂ ਨਹੀਂ ਸੀ ਜਾਂਦੀ। ਉਹਨਾਂ ਦੇ ਵਿੱਚੋਂ ਵੀ ਮੈਂ ਯੂਨੀਵਰਸਿਟੀ ਟੀਮ ਦੇ ਵਿੱਚ ਪਾਰਟਿਸਿਪੇਟ ਕੀਤਾ। ਫਿਰ ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਦੇ ਵਿੱਚ ਚਲੇ ਗਈ, ਫਿਰ ਮੈਂ ਇੰਟਰਵਰਸਿਟੀ ਜਿੱਤੀ। ਇੰਟਰਵਰਸਿਟੀ ਦੇ ਵਿੱਚ ਵੀ ਮੈਂ ਬੈਸਟ ਡਾਂਸਰ ਰਹੀ। ਫਿਰ 1986 ਦੇ ਵਿੱਚ ਡਾਕਟਰ ਸੁਰਿੰਦਰ ਸ਼ਰਮਾ ਜੀ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੈਮਿਸਟਰੀ ਡਿਪਾਰਟਮੈਂਟ ਵਿੱਚ ਸੀ, ਤੇ ਉਹਨਾਂ ਨੂੰ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ। ਡਾਕਟਰ ਸੁਰਿੰਦਰ ਸ਼ਰਮਾ ਜੀ ਦਾ ਬਹੁਤ ਨਾਂ ਹੈ, ਤੇ ਉਹ ਸਾਨੂੰ ਇੰਗਲੈਂਡ ਲੈ ਕੇ ਗਏ। ਉਹ ਪਹਿਲੀ ਟੀਮ ਸੀ। ਜਦੋਂ ਕਿ ਅਸੀਂ ਇੰਗਲੈਂਡ ਗਏ, ਉੱਥੇ ਬੜੀ ਪਿਆਰੀ ਜਿਹੀ ਘਟਨਾ ਵਾਪਰੀ। ਉਹ ਕਹਿੰਦੇ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਉੱਥੋਂ ਦੇ ਜਿਹੜੇ ਆਰਗੇਨਾਈਜ਼ਰ ਸੀ ਉਹ ਮਿਲੇ। ਉਹ ਕਹਿੰਦੇ ਵੀ ਇੱਕ ਵਾਰੀ ਕੁੜੀਓ ਤੁਸੀਂ ਗਿੱਧਾ ਪਾ ਕੇ ਦਿਖਾਓ। ਅਸੀਂ 8 ਕੁੜੀਆਂ ਸੀ ਤੇ ਇੱਕ ਸਾਡੇ ਨਾਲ ਮੁੰਡਾ ਸੀ, ਤੇ ਮਾਲੀ ਰਾਮ ਜੀ ਦਾ ਨਾਂ ਤੁਸੀਂ ਸੁਣਿਆ ਹੋਣਾ, ਉਹ ਮੇਰੇ ਉਸਤਾਦ ਜੀ ਵੀ ਨੇ। ਉਹਨਾਂ ਨੇ ਮੈਨੂੰ ਬਹੁਤ ਨਿਖਾਰਿਆ ਹੈ, ਇੱਥੋਂ ਤੱਕ ਗਿੱਧਿਆਂ 'ਚ ਪਹੁੰਚਾਉਣ ਲਈ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਉਹ ਸੀ ਤੇ ਡਾਕਟਰ ਸੁਰਿੰਦਰ ਸ਼ਰਮਾ ਜੀ ਸੀ। ਉਹ ਕਹਿੰਦੇ ਕੁੜੀਓ ਗਿੱਧਾ ਤਾਂ ਤੁਹਾਡਾ ਧਮਾਲ ਦਾ, ਕਹਿੰਦੇ ਐਵੇਂ ਲੱਗਦਾ ਵੀ ਵਾਕਿਆ ਹੀ ਜਿਵੇਂ ਕਹਿੰਦੇ ਵੀ ਪੰਜਾਬ ਦੀ ਧਮਕ ਹੈ ਉਹ ਇੰਗਲੈਂਡ ਦੇ ਵਿੱਚ ਪੈ ਰਹੀ ਹੈ। ਉਹ ਬੜੇ ਇੰਪ੍ਰੈਸ ਹੋਏ। ਪਰ ਕਹਿੰਦੇ ਵੀ ਗੱਲ ਇਹ ਹੈ ਵੀ ਕੱਲ੍ਹ ਨੂੰ ਸਾਨੂੰ 3 ਘੰਟੇ ਦਾ ਫੰਕਸ਼ਨ ਚਾਹੀਦਾ, ਇਕੱਲੇ ਗਿੱਧੇ ਨਾਲ ਨਹੀਂ ਸਰਨਾ। ਅਸੀਂ ਕਿਹਾ ਜੀ ਕੋਈ ਗੱਲ ਨਹੀਂ। ਕਹਿੰਦੇ ਕਿਵੇਂ? ਅਸੀਂ ਕਿਹਾ ਤੁਸੀਂ ਕੱਲ੍ਹ ਨੂੰ ਵੇਖਿਓ ਸਾਨੂੰ ਸਟੇਜ 'ਤੇ। ਜਦੋਂ ਅਸੀਂ ਉਸ ਤੋਂ ਬਾਅਦ ਰੂਮ 'ਚ ਆਏ, ਡਾਕਟਰ ਸੁਰਿੰਦਰ ਸ਼ਰਮਾ ਜੀ ਨੇ ਸਾਡੇ ਵਿੱਚੋਂ ਉਹਨਾਂ ਨੂੰ ਬਹੁਤ ਕੁਝ ਸਾਡੇ ਵਿੱਚੋਂ ਕੱਢਿਆ। ਕਿੰਨੇ ਅਸੀਂ ਬੈਲੇ ਤਿਆਰ ਕੀਤੇ, ਕਿੰਨੇ ਡਾਂਸ ਤਿਆਰ ਕੀਤੇ, ਕਿੰਨੇ ਅਸੀਂ ਗੀਤ ਗਾਏ, ਤੇ ਅਸੀਂ ਆਡੀਅנס ਦਾ ਦਿਲ ਲੁੱਟ ਲਿਆ ਜੀ। ਤੇ ਐਂਡ ਦੇ ਵਿੱਚ 1 ਘੰਟਾ ਸੀ ਜਿਹੜਾ ਕਿ ਅਸੀਂ ਇਕੱਲੇ ਗਿੱਧੇ ਦੇ ਉੱਤੇ ਗੋਰੇ ਗੋਰੀਆਂ ਨੂੰ ਨਚਾ ਦਿੱਤਾ। ਤੇ ਹੁਣ ਤੱਕ ਇੰਗਲੈਂਡ ਦੇ ਵਿੱਚ ਇਹ ਕਹਿੰਦੇ ਹੁੰਦੇ ਸੀ, ਕਹਿੰਦੇ ਤਾਂ ਪੰਜਾਬ ਦੀ ਅੱਗ ਸੀ ਜਿਹੜੀ ਇੱਥੇ ਆਈ ਸੀ, ਉਹੀ ਜੀ ਅੱਗ ਹੁਣ ਤੱਕ ਨਹੀਂ ਆਈ। ਹੁਣ ਤਾਂ ਜਿਹੜੇ ਆਉਂਦੇ ਨੇ ਬੱਚੇ, ਉਹਨਾਂ 'ਚ ਸਟੈਮਨਾ ਹੀ ਨਹੀਂ ਹੈ। ਇਸ ਕਰਕੇ ਉਸ ਤੋਂ ਬਾਅਦ ਤਾਂ ਜੀ ਮੈਂ ਗਿੱਧੇ ਦੇ ਵਿੱਚ ਪਤਾ ਨਹੀਂ ਕਿਵੇਂ ਅੱਗੇ ਤੋਂ ਅੱਗੇ ਮੱਲਾਂ ਮਾਰਦੀ ਚਲੇਗੀ। ਤੇ ਹੁਣ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਿੰਨੇ ਮੈਨੂੰ ਕਾਲਜਾਂ ਦੀਆਂ ਆਫਰਸ ਆਉਂਦੀਆਂ ਨੇ। ਜੇ ਮੈਂ ਕਹਾਂ ਵੀ ਮੈਂ ਸੇਵਾ ਕਰਦੀ ਹਾਂ, ਇਹਨੂੰ ਸੇਵਾ ਨਹੀਂ ਮੈਂ ਕਹਿੰਦੀ। ਕਿਉਂ? ਕਿਉਂਕਿ ਕਾਲਜ ਵਾਲੇ ਸਾਨੂੰ ਪੇ ਕਰਦੇ ਨੇ। ਜੇ ਕੋਈ ਪੇਮੈਂਟ ਨਾ ਅਸੀਂ ਲਈਏ ਫਿਰ ਮੈਂ ਕਹਾਂ ਵੀ ਮੈਂ ਸੇਵਾ ਕਰ ਰਹੀ ਹਾਂ, ਮੈਂ ਇਹਨੂੰ ਸੇਵਾ ਨਹੀਂ ਕਹਾਂਗੀ। ਠੀਕ ਹੈ, ਅਸੀਂ ਕਹਿੰਦੇ ਵੀ ਅਸੀਂ ਆਪਣੇ ਕਲਚਰ ਦੇ ਨਾਲ ਕਲਚਰ, ਪਰ ਮੈਂ ਇਹ ਕਹਿੰਦੀ ਹਾਂ ਵੀ ਕਲਚਰ ਇਕੱਲਾ ਗਿੱਧਾ ਹੀ ਨਹੀਂ ਹੈ, ਭੰਗੜਾ ਹੀ ਨਹੀਂ ਹੈ। ਕਿਉਂਕਿ ਹਰ ਇੱਕ ਸਮਾਜ ਦਾ ਜ਼ਿੰਦਗੀ ਜਿਉਣ ਦਾ ਇੱਕ ਆਪਣਾ ਢੰਗ ਹੈ, ਜਿਹਨੂੰ ਅਸੀਂ ਸੱਭਿਆਚਾਰ ਕਹਿ ਰਹੇ ਹਾਂ। ਸੱਭਿਆਚਾਰ ਵਿੱਚ ਤਾਂ ਸਾਡਾ ਉੱਠਣਾ ਬੈਠਣਾ, ਖਾਣਾ ਪੀਣਾ, ਰੀਤੀ ਰਿਵਾਜ ਸਾਰਾ ਕੁਛ ਆਉਂਦਾ। ਹੁਣ ਪੰਜਾਬੀਆਂ ਦੀ ਖਾਸੀਅਤ ਇਹੀ ਹੈ, ਇਹ ਜੰਮਦਾ ਵੀ ਗੀਤਾਂ ਵਿੱਚ ਹੈ, ਪ੍ਰਵਾਨ ਵੀ ਗੀਤਾਂ 'ਚ ਹੁੰਦਾ ਹੈ, ਤੇ ਅਲਵਿਦਾ ਵੀ ਗੀਤਾਂ ਦੇ ਵਿੱਚ ਹੀ ਕਹਿ ਜਾਂਦਾ ਹੈ। ਅਸਲ 'ਚ ਮੇਰੇ ਫਾਦਰ ਬਹੁਤ ਹੀ ਪੜ੍ਹੇ ਲਿਖੇ ਸੀ। ਉਸ ਸਮੇਂ ਦੇ ਉਹ ਗ੍ਰੈਜੂਏਸ਼ਨ ਸੀ, ਤੇ ਉਹਨਾਂ ਨੂੰ ਇਹ ਸੀ ਵੀ ਮੇਰੀ ਬੱਚੀ ਯੂਨੀਵਰਸਿਟੀ ਦੇ ਵਿੱਚ ਪੜ੍ਹੇ। ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਗਈ ਤਾਂ ਉੱਥੇ ਜਦੋਂ ਮੈਂ MA ਦੇ ਵਿੱਚ ਟੌਪ ਕੀਤਾ, ਤਾਂ ਉਸ ਤੋਂ ਬਾਅਦ ਮੈਂ ਜਦੋਂ ਹੋਸਟਲ 'ਚੋਂ ਘਰ ਆਈ ਤਾਂ ਮੈਂ ਕਿਹਾ ਬਾਪੂ ਜੀ ਸਾਰੀਆਂ ਕੁੜੀਆਂ B.Ed ਕਰਦੀਆਂ, ਮੈਂ B.Ed ਕਰ ਲਵਾਂ? ਕਹਿੰਦੇ ਕਮਲੀਏ ਤੂੰ ਟੌਪ ਕੀਤਾ, ਤੂੰ MPhil ਕਰ, ਤੂੰ PhD ਕਰ। ਤੇ ਪਰ ਮੈਂ ਕਿਹਾ ਮੈਂ ਗਿੱਧਾ ਵੀ ਪਾਉਂਗੀ। ਕਹਿੰਦੇ ਉਹ ਤਾਂ ਮੈਂ ਤੈਨੂੰ ਪੁੱਤ ਕਦੇ ਰੋਕਿਆ ਹੀ ਨਹੀਂ। ਕਿਉਂ? ਕਿਉਂਕਿ ਮੈਨੂੰ ਤੇਰੇ ਕੋਲੋਂ ਮਾਰਕਸ ਚਾਹੀਦੇ ਸੀ, ਉਹ ਤੂੰ ਮੈਨੂੰ ਪੂਰੇ ਲਿਆ ਕੇ ਦੇ ਰਹੀ ਹੈ। ਮੈਂ ਤੈਨੂੰ ਕਿਹਾ ਸੀ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜ ਕੇ ਰਹਿਣਾ, ਤੇ ਉੱਥੇ ਭੁੱਲਣਾ ਨਹੀਂ ਹੈ, ਆਪਣੀ ਔਕਾਤ ਨਹੀਂ ਭੁੱਲਣੀ। ਮੈਂ ਆਪਣੀ ਔਕਾਤ ਨਹੀਂ ਜੀ ਭੁੱਲੀ, ਜਿਹਦੇ ਕਰਕੇ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ। ਉਹਨਾਂ ਦੀ ਬਦੌਲਤ ਹੀ ਮੈਂ ਅੱਜ ਇੱਥੇ ਹਾਂ। ਮੇਰੇ ਫਾਦਰ ਨੇ ਕਦੇ ਵੀ ਨਹੀਂ ਰੋਕਿਆ ਵੀ ਤੂੰ ਗਿੱਧਾ ਨਹੀਂ ਪਾਉਣਾ। ਜਦੋਂ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਜੀ, ਉਹ ਇਸ ਦੁਨੀਆ 'ਤੇ ਨਹੀਂ ਹੈ, ਬਟ ਜਦੋਂ ਘਰ ਦੇ ਵਿੱਚ ਫੰਕਸ਼ਨ ਹੁੰਦਾ ਸੀ, ਮੇਰੇ ਪੇਰੈਂਟਸ ਨੂੰ ਇਹ ਹੁੰਦਾ ਸੀ ਜਸਵੀਰ ਆ ਪੁੱਤ ਤੂੰ ਬੋਲੀ ਪਾ, ਗੱਲ ਜੀ ਨਹੀਂ ਬਣੀ। ਤੇ ਮੇਰੀ ਫੈਮਿਲੀ ਦੇ ਵਿੱਚ ਇੰਨੀ ਕੁ ਮੈਨੂੰ ਸਪੋਰਟ ਰਹੀ ਆ। ਹੁਣ ਵੀ ਜਦੋਂ ਕੋਈ ਫੰਕਸ਼ਨ ਹੁੰਦਾ ਉਹ ਕਹਿੰਦੇ ਵੀ ਜਸਵੀਰ ਤੋਂ ਬਿਨਾਂ ਰੌਣਕ ਨਹੀਂ ਲੱਗੀ। ਮੈਂ ਹੱਸਦੀ ਹੁੰਦੀ ਆ, ਮੈਂ ਕਿਹਾ ਵੀ ਮੈਨੂੰ ਬਿਨਾਂ ਰੌਣਕ ਤੇ ਵੀ ਬੁਲਾ ਲਿਆ ਕਰੋ, ਕਿ ਸਿਰਫ ਤੁਸੀਂ ਮੈਨੂੰ ਰੌਣਕ ਵਾਸਤੇ ਹੀ ਬੁਲਾਉਂਦੇ ਆ। ਕਿਉਂਕਿ ਉਹ ਹੁਣ ਆਪਾਂ ਨੇ ਅੱਡੀਆਂ ਦੇ ਜ਼ੋਰ ਦੇ ਉੱਤੇ ਗਿੱਧਾ ਪਾਇਆ ਹੋਇਆ, ਤੇ ਉਹ ਚੀਜ਼ ਤਾਂ ਰਹਿੰਦੀ ਹੋਈ ਹੈ ਨਾ ਨਾਲ। ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੱਚ ਗਿੱਧੇ ਵਿੱਚ ਤੋਂ।
ਉਹ ਜੀ ਇਸ ਤਰ੍ਹਾਂ ਸੀ, ਇੱਧਰ ਮੇਰੀ ਇਨ-ਲॉज ਦੀ ਜਿਹੜੀ ਫੈਮਿਲੀ ਹੈ ਬਨੂੜ ਤੋਂ ਆ। ਇਹ ਡਾਕਟਰ ਫੈਮਿਲੀ ਹੈ, ਸਾਰੀ ਦੀ ਸਾਰੀ ਡਾਕਟਰਸ ਫੈਮਿਲੀ ਆ। ਮੈਂ ਬੇਸ਼ੱਕ ਡਾਕਟਰ ਹਾਂ, ਪਰ ਮੈਂ ਕਿਤਾਬਾਂ ਦੀ ਡਾਕਟਰ ਹਾਂ, ਕਿਉਂਕਿ ਮੈਂ PhD ਪੰਜਾਬੀ ਦੇ ਵਿੱਚ ਕੀਤੀ ਹੈ। ਤੇ ਇੱਧਰ ਮੈਡੀਕਲ ਪ੍ਰੋਫੈਸ਼ਨ ਸੀ। ਤੇ ਇਹਨਾਂ ਦੇ ਡਾਕਟਰ ਸਾਹਿਬ ਦੇ ਮਾਈਂਡ ਦੇ ਵਿੱਚ ਇਹ ਸੀ ਵੀ ਮੈਂ ਸੇਮ ਪ੍ਰੋਫੈਸ਼ਨ ਵਾਲੀ ਕੁੜੀ ਨਹੀਂ ਲੈਣੀ, ਕਿਉਂਕਿ ਸੇਮ ਦੇ ਵਿੱਚ ਇਹ ਨਾ ਹੋਵੇ, ਕਹਿੰਦੇ ਵੀ ਘਰ ਦੇ ਵਿੱਚ ਦੇਖੋ ਆਫਟਰ ਪਤਾ ਹੀ ਹੁੰਦਾ ਵੀ ਅੱਗੇ ਬੱਚੇ ਹੋਣੇ ਨੇ, ਫੈਮਿਲੀ ਲਾਈਫ ਚੱਲਣੀ ਹੈ। ਤੇ ਇਸ ਕਰਕੇ ਕਹਿੰਦੇ ਵੀ ਮੇਰੀ ਚੋਇਸ ਹੈ ਵੀ ਕੁੜੀ ਕੋਈ ਜੇ ਕਾਲਜ ਦੀ ਪ੍ਰੋਫੈਸਰ ਮਿਲ ਜਾਵੇ ਤਾਂ ਬਹੁਤ ਵਧੀਆ, ਨਹੀਂ ਸਕੂਲ ਦੀ ਪ੍ਰੋਫੈਸਰ ਹੈ ਹੀ ਆ ਟੀਚਰ ਨਾ। ਤੇ ਬਟ ਫਿਰ ਜਦੋਂ ਮੇਰੇ ਫਾਦਰ ਸਾਹਿਬ ਵੇਖਣ ਗਏ ਬਨੂੜ, ਤਾਂ ਮੇਰੇ ਫਾਦਰ ਸਾਹਿਬ ਇੰਨੇ ਕੁ ਐਡਵਾਂਸ ਸੀ, ਉਹਨਾਂ ਨੂੰ ਇਹ ਪਤਾ ਸੀ ਵੀ ਮੇਰੀ ਧੀ ਕੰਮ ਤਾਂ ਸਾਰਾ ਕਰ ਲੈਂਦੀ ਹੈ। ਮੈਂ ਸਾਰਾ ਕੰਮ ਕੀਤਾ ਜੀ ਘਰ ਦਾ, ਭਈਆਂ ਦੀਆਂ ਰੋਟੀਆਂ ਵੀ ਪਕਾਈਆਂ ਨੇ ਮੈਂ, ਕਿਉਂਕਿ ਜ਼ਿਮੀਂਦਾਰਾਂ ਦੇ ਘਰਾਂ 'ਚ ਪਤਾ ਹੀ ਹੁੰਦਾ ਜਦੋਂ ਵਾਢੀ ਹੁੰਦੀ ਹੈ ਤੇ ਕਿਵੇਂ। ਹੁਣ ਤਾਂ ਵੀ ਭਈਆਂ ਨੂੰ ਆਪਾਂ ਰੋਟੀ ਨਹੀਂ ਦਿੰਦੇ, ਪਹਿਲਾਂ ਦਿੱਤੀ ਜਾਂਦੀ ਸੀ ਨਾਲ, ਹੈ ਨਾ। ਤਾਂ ਉਦੋਂ ਜਦੋਂ ਉਹਨਾਂ ਨੇ ਵੇਖਿਆ ਤਾਂ ਇਹਨਾਂ ਨੇ ਇਹ ਤਾਂ ਨਾ ਪੁੱਛਿਆ ਵੀ ਤੁਹਾਡੀ ਪ੍ਰੋਪਰਟੀ ਕੀ ਹੈ, ਘਰ-ਬਾਰ ਦੇਖਿਆ ਸਾਰਾ ਕੁਛ। ਕਹਿੰਦੇ ਵੀ ਬੇਟਾ ਇੱਕ ਗੱਲ ਹੈ ਵੀ ਮੇਰੀ ਧੀ ਬਹੁਤ ਲਾਡਲੀ ਹੈ, ਪਰ ਉਹ ਗਿੱਧੇ ਦਾ ਬਹੁਤ ਸ਼ੌਂਕ ਹੈ, ਵੇਖ ਲਾ ਗਿੱਧਾ ਪਵਾ ਲੇਗਾ ਹੈ। ਉਹ ਕਹਿੰਦੇ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ, ਫਿਰ ਹੋਰ ਕੀ ਹੈ ਵੀ ਪੰਜਾਬੀ ਕਲਚਰ ਦੇ ਨਾਲ ਇੰਨੀ ਜੁੜੀ ਹੋਈ ਹੈ ਵੀ ਆਪਾਂ ਕਦੇ ਇਹਨੂੰ ਕੋਈ ਪ੍ਰੋਫੈਸ਼ਨ ਦੇ ਤੌਰ 'ਤੇ ਪਾ ਰਹੀ ਹੈ, ਉਹਦਾ ਪੈਸ਼ਨ ਆ ਉਹਨੂੰ ਪਾਉਣ ਤੋਂ। ਤੇ ਕਦੇ ਮੈਨੂੰ ਰੋਕਿਆ ਨਹੀਂ ਹੈ। ਤੇ ਈਵਨ ਕਿ ਉਸ ਤੋਂ ਬਾਅਦ ਫਿਰ ਇੱਥੇ ਝੰਕਾਰ ਹੋਇਆ ਤੇ ਉਹਦੇ ਵਿੱਚ ਮੈਂ ਗਿੱਧਾ ਪਾਇਆ। ਤੇ ਮੇਰੇ ਇਨ-ਲॉज ਉਦੋਂ ਮੈਂ ਅਨਮੈਰਿਡ ਸੀ, ਉਹ ਮੈਨੂੰ ਵੇਖਣ ਆਏ ਸਪੈਸ਼ਲ, ਤੇ ਉਹ ਇੰਨੇ ਕੁ ਉਹਨਾਂ ਨੇ ਸਟੈਂਡਿੰਗ ਹੋ ਕੇ ਤਾੜੀਆਂ ਮਾਰੀਆਂ ਤੇ ਸਾਰੇ ਇੰਨੇ ਖੁਸ਼ ਹੋਏ ਵੀ ਜਸਵੀਰ ਯੂ ਆਰ ਸੋ ਲੱਕੀ ਵੀ ਤੈਨੂੰ ਇੰਨੇ ਵਧੀਆ ਪਰਿਵਾਰ ਮਿਲਿਆ ਵੀ ਜਿਹੜਾ ਕਿ ਤੇਰੇ ਗਿੱਧੇ ਨੂੰ ਅੱਗੇ ਹੋਰ ਪ੍ਰਮੋਟ ਕਰ ਰਿਹਾ ਹੈ। ਇਸ ਕਰਕੇ ਮੇਰੀ ਫੈਮਿਲੀ ਦੇ ਵਿੱਚ ਦੋਨੋਂ ਪਾਸੇ ਤੋਂ ਮੈਨੂੰ ਬਹੁਤ ਹੀ ਸਪੋਰਟ ਰਹੀ ਹੈ ਗਿੱਧੇ ਵਿੱਚ ਕੀ ਹਰ ਇੱਕ ਫੀਲਡ ਦੇ ਵਿੱਚ। ਜਦੋਂ ਮੈਂ ਫਤਿਹਗੜ੍ਹ ਸਾਹਿਬ ਹੀ ਪੜ੍ਹਾਇਆ, ਪਹਿਲਾਂ ਮੈਂ ਫਤਿਹਗੜ੍ਹ ਸਾਹਿਬ ਪੜ੍ਹਾਇਆ ਜੀ, ਮੇਰੀ ਸਟਾਰਟਿੰਗ ਫਤਿਹਗੜ੍ਹ ਸਾਹਿਬ ਤੋਂ ਹੀ ਹੋਈ ਹੈ। ਜਦੋਂ ਮੈਂ ਡਾਕਟਰੇਟ ਹਾਲੇ ਕਰ ਰਹੀ ਸੀ ਤਾਂ ਮੇਰੇ ਟੀਚਰਸ ਨੇ ਸੁਨੇਹਾ ਭੇਜਿਆ ਵੀ ਤੂੰ ਨਾਲ ਦੀ ਨਾਲ ਆਪਣੇ ਕਾਲਜ 'ਚ ਟੀਚ ਕਰ। ਤੇ ਉਹਨਾਂ ਨੂੰ ਪਤਾ ਸੀ ਵੀ ਗਿੱਧੇ ਦੀ ਤਾਂ ਬਹੁਤ ਵਧੀਆ ਆਰਟਿਸਟ ਹੈ, ਤੇ ਉਹ ਕਹਿੰਦੇ ਵੀ ਜਸਵੀਰ ਤੂੰ ਗਿੱਧਾ ਵੀ ਤਿਆਰ ਕਰ। ਤੇ ਉੱਥੇ ਤਾਂ ਦੇਖੋ ਮੈਂ ਕੋਈ ਐਜ਼ ਏ ਪ੍ਰੋਫੈਸ਼ਨ ਨਹੀਂ ਸੀ ਤਿਆਰ ਕਰਵਾਇਆ, ਉਹ ਤਾਂ ਕਿਉਂਕਿ ਉੱਥੇ ਮੇਰੀ ਡਿਊਟੀ ਸੀ। ਤੇ ਉਹ ਫਿਰ ਮੈਂ ਜਦੋਂ ਉੱਥੇ ਤਿਆਰ ਕਰਵਾਇਆ ਤੇ ਗਿੱਧਾ ਮੈਂ ਉੱਥੇ 4 ਸਾਲ ਕੰਮ ਕੀਤਾ, 4 ਸਾਲ ਉਹ ਟੀਮ ਫਸਟ ਆਈ। ਜਦੋਂ ਫਸਟ ਆਈ ਤੇ ਫਿਰ ਉੱਥੇ ਵੀ ਮੈਂ ਮਾਲੀ ਰਾਮ ਜੀ ਨੂੰ ਬੁਲਾਇਆ। ਮਾਲੀ ਰਾਮ ਜੀ ਇੱਕ ਵਾਰੀ ਜਦੋਂ ਉੱਥੇ ਗਏ ਗੇਟ ਤੇ, ਉਦੋਂ ਕਾਲਜ ਇੰਨਾ ਵੱਡਾ ਨਹੀਂ ਸੀ, ਉਹ ਗੇਟ ਕੀਪਰ ਨੂੰ ਕਹਿੰਦੇ ਵੀ ਮੈਂ ਜਸਵੀਰ ਨੂੰ ਮਿਲਣਾ। ਤਾਂ ਇੰਨੇ ਨੂੰ ਉੱਧਰੋਂ ਮੇਰੇ ਟੀਚਰ ਆ ਗਏ, ਉਹ ਕਹਿੰਦੇ ਵੀ ਮਾਲੀ ਰਾਮ ਜੀ ਹੁਣ ਜਸਵੀਰ ਨਾ ਕਿਹਾ ਕਰੋ, ਡਾਕਟਰ ਜਸਵੀਰ। ਉਹ ਕਹਿੰਦੇ ਵੀ ਡਾਕਟਰ ਹੋਊਗੀ ਤੁਹਾਡੀ ਹੋਊਗੀ, ਮੇਰੀ ਤਾਂ ਜਸਵੀਰ ਹੈ, ਇਹਨੇ ਜਸਵੀਰ ਹੀ ਰਹਿਣਾ ਮੇਰੀ। ਉਹਨਾਂ ਨੂੰ ਬਹੁਤ ਪਿਆਰ ਕਰ ਰਹੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਤੂੰ ਕਿਉਂ ਨਹੀਂ ਨਾਲ ਮਾੜਾ ਮੋਟਾ ਤੂੰ ਆ ਜਾ ਮੇਰੇ ਨਾਲ, ਮਾੜਾ ਜਿਹਾ ਕੰਮ ਕਰਵਾ ਦੇ। ਤੇ ਮੈਂ 2-3 ਸਾਲ ਤੁਸੀਂ ਮੰਨੋਗੇ ਮੈਨੂੰ ਨਹੀਂ ਸੀ ਪਤਾ ਵੀ ਕੋਚਿੰਗ ਦੇ ਵਿੱਚ ਇੰਨਾ ਪੈਸਾ ਮਿਲਦਾ ਹੈ, ਕਿਉਂਕਿ ਫੀਲਡ ਦੇ ਵਿੱਚ ਮੈਂ ਨਹੀਂ ਸੀ, ਹੈ ਨਾ। ਤੇ 1-2 ਵਾਰੀ ਮੈਂ ਵੈਸੇ ਹੀ ਚੰਡੀਗੜ੍ਹ ਖਾਲਸਾ ਕਾਲਜ ਕਰਵਾਇਆ, ਫਿਰ ਮੈਂ MCM ਕਰਵਾਇਆ। ਫਿਰ ਇਹਨਾਂ ਨੇ ਜਦੋਂ ਬਾਅਦ ਦੇ ਵਿੱਚ ਮੈਂ ਇਹਨਾਂ ਤੋਂ ਪੈਸੇ ਪੂਸੇ ਨਾ ਮੰਗੇ, ਇਹਨਾਂ ਪੁੱਛਿਆ, ਮੈਂ ਕਿਹਾ ਮੈਨੂੰ ਕੁਛ ਨਹੀਂ ਪਤਾ ਵੀ ਮੈਂ ਤਾਂ ਉੱਥੇ ਕਰਾਉਂਦੀ, ਮੈਂ ਤਾਂ ਮਾਲੀ ਰਾਮ ਜੀ ਲੈ ਆਈ, ਹੈ ਨਾ। ਬਸ ਉਸ ਤੋਂ ਬਾਅਦ ਫਿਰ ਮੈਨੂੰ ਇਹੋ ਜਿਹਾ ਚਸਕਾ ਹੀ ਪੈ ਗਿਆ ਇੱਕ, ਮੈਂ ਕਿਹਾ ਵੀ ਇਹ ਤਾਂ ਬਹੁਤ ਵਧੀਆ ਕੰਮ ਹੈ, ਵੀ ਰਿਸਪੈਕਟ ਵੀ ਬਹੁਤ ਮਿਲ ਰਹੀ ਹੈ। ਕਿਉਂਕਿ ਮੈਂ ਜਦੋਂ ਕਾਲਜ ਦੇ ਵਿੱਚ ਜਾਂਦੀ ਹਾਂ ਤਾਂ ਉਹ ਮੈਨੂੰ ਐਜ਼ ਏ ਕੋਚ ਨਹੀਂ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਡਾਕਟਰੇਟ ਹੈ ਤੇ ਦੂਸਰੀ ਇਹ ਕਾਲਜ ਦੀ ਪ੍ਰੋਫੈਸਰ ਹੈ। ਤੇ ਇੱਕ ਵਾਰੀ ਉਹ ਟੀਚਰ ਮੇਰੇ ਕੋਲ ਬੱਚੇ ਸੌਂਪ ਜਾਂਦੇ ਨੇ, ਮੁੜ ਕੇ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾਉਂਦੀ ਹੁੰਦੀ ਹਾਂ ਵੀ ਆ ਜਾਓ ਟੀਮ ਤਿਆਰ ਹੋ ਗਈ। ਇਹ ਤੇ ਕਰਕੇ ਵੀ ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤ ਟੀਚਰ ਵੀ ਸਪੋਰਟ ਕਰਦੇ ਨੇ। ਤੇ ਫਿਰ ਉਸ ਤੋਂ ਬਾਅਦ ਜੀ ਮੈਂ ਆਪਣੇ ਕਾਲਜ ਦੇ ਵਿੱਚ RK ਆਰੀਆ ਕਾਲਜ ਦੇ ਵਿੱਚ 18 ਸਾਲ ਹੋ ਗਏ ਗਿੱਧਾ ਕਰਾਉਂਦੀ ਨੂੰ। ਤਾਂ ਉਹ 18 ਵਾਰ ਹੀ ਜ਼ੋਨ ਦੇ ਵਿੱਚੋਂ ਮੇਰੀ ਟੀਮ ਫਸਟ ਆਈ ਹੈ। ਤੇ ਫਿਰ ਉਸ ਤੋਂ ਬਾਅਦ ਮੇਰੀ ਟੀਮ MCM ਦੀ ਟੀਮ ਗਈ ਫਿਰੋਜ਼ਪੁਰ, ਟੀਚਰਸ ਟੀਮ ਲੈ ਕੇ ਗਏ। ਮੈਂ ਬਹੁਤ ਘੱਟ ਨਾਲ ਜਾਂਦੀ ਹਾਂ ਟੀਮ ਦੇ, ਬਹੁਤ ਘੱਟ। ਤਾਂ ਇਹ ਘਟਨਾ ਮੈਂ ਤੁਹਾਨੂੰ ਇੱਕ ਬਾਅਦ ਦੇ ਵਿੱਚ ਸ਼ੇਅਰ ਕਰਦੀ ਹਾਂ ਵੀ ਕਿਵੇਂ ਲੋਕਾਂ ਨੂੰ ਪਤਾ ਨਹੀਂ ਸੀ। ਤਾਂ ਉਹ ਜਦੋਂ ਫਿਰੋਜ਼ਪੁਰ ਟੀਮ ਗਈ ਉੱਥੇ MCM ਦੀ ਟੀਮ ਫਸਟ ਆਈ, ਤਾਂ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਮੈਡਮ ਨੇ ਡਾਕਟਰ ਮਧੂ ਪ੍ਰੈਸ਼ਰ ਜੀ, ਤੇ ਉਹ ਮੈਨੂੰ ਆਪਣੀ ਛੋਟੀ ਭੈਣਾਂ ਵਾਂਗੂ ਹੀ ਮੰਨਦੇ ਨੇ। ਤੇ ਉਹ ਕਹਿੰਦੇ ਜੀ ਸਾਨੂੰ ਉਸ ਕੋਚ ਦਾ ਨੰਬਰ ਦਿਓ ਜਿਹਨੇ ਇਹ ਗਿੱਧਾ ਤਿਆਰ ਕਰਵਾਇਆ।
MCM ਵਾਲੇ ਪਹਿਲਾਂ ਤਾਂ ਡਾਵਾਡੋਲ ਜੇ ਹੋ ਗਏ ਵੀ ਜਸਵੀਰ ਉੱਥੇ ਚਲੇਗੀ, ਫਿਰ ਸਾਡਾ ਤਾਂ ਗਿੱਧਾ ਨਾ ਚਲੇ ਜਾਵੇ। ਇਹਨਾਂ ਨੇ ਦੇ ਦਿੱਤਾ, ਕਿਉਂਕਿ ਮੇਰੀਆਂ ਫਰੈਂਡਸ ਨੇ MCM 'ਚ ਵੀ। ਉਹਨਾਂ ਜਦੋਂ ਦੇ ਦਿੱਤਾ ਉਸ ਤੋਂ ਬਾਅਦ ਜੀ ਉਹਨਾਂ ਨੇ ਮੈਨੂੰ ਬੁਲਾਇਆ, ਅਤੇ ਉਹ ਦਿਨ ਤੋਂ ਅੱਜ ਤੋਂ 13 ਸਾਲ ਹੋ ਗਏ ਮੈਨੂੰ ਦੇਵ ਸਮਾਜ ਜਾਂਦੀ ਨੂੰ, ਅਤੇ ਮੈਂ ਹੀ ਲਗਾਤਾਰ ਗਿੱਧਾ ਕਰਵਾ ਰਹੀ ਹਾਂ, ਅਤੇ 13 ਸਾਲ ਤੋਂ ਹੀ ਉਹਨਾਂ ਦਾ ਗਿੱਧਾ ਫਸਟ ਆ ਰਿਹਾ। 4 ਵਾਰ ਇੰਟਰਵਿਊਸਟੀ ਹੋਈ ਆ, ਅਤੇ 4 ਵਾਰੀ ਇੰਟਰਵਿਊਸਟੀ 'ਤੇ ਮੇਰੀ ਦੇਵ ਸਮਾਜ ਦੀ ਟੀਮ ਹੀ ਫਸਟ ਆਈ ਹੈ। ਅਤੇ ਉਹ ਮੈਂ ਤੁਹਾਨੂੰ ਦੱਸਾਂ ਵੀ ਕਿਸ ਤਰ੍ਹਾਂ ਲੋਕ, ਕਿਉਂਕਿ ਮੈਂ ਅੱਗੇ ਬਹੁਤ ਘੱਟ ਆਉਂਦੀ ਹਾਂ, ਮੈਂ ਸਟੇਜ 'ਤੇ ਨਹੀਂ ਕਦੇ ਜਾਂਦੀ। ਮੈਂ ਕਹਿੰਦੀ ਜੀ 1 ਮਹੀਨੇ ਦੇ ਵਿੱਚ ਨਹੀਂ ਬੱਚੇ ਮੇਰੇ ਤੋਂ ਸਿੱਖੇ, ਅਤੇ 2 ਮਿੰਟ ਦੇ ਵਿੱਚ ਕਿਹੜੇ ਕੋਈ ਜ਼ਿਆਦਾ ਸਿੱਖ ਜਾਣਾ। ਜੇ ਅਸੀਂ 365 ਦਿਨਾਂ ਦੇ ਵਿੱਚ ਪੇਪਰ ਦੀ ਤਿਆਰੀ ਨਹੀਂ ਕੀਤੀ, 2 ਮਿੰਟ ਪਹਿਲਾਂ ਪੜ੍ਹ ਕੇ ਅਸੀਂ ਕਿਹੜਾ ਪਾਸ ਹੋ ਜਾਣਾ। ਅਤੇ ਇੰਟਰ ਜ਼ੋਨ ਚੱਲ ਰਿਹਾ ਜੀ ਹੁਸ਼ਿਆਰਪੁਰ। ਇੰਟਰ ਜ਼ੋਨ ਦੇ ਵਿੱਚ ਫਿਰ ਮੇਰੀ ਟੀਮ ਦੇਵ ਸਮਾਜ ਦੀ ਫਸਟ ਆ ਗਈ, ਅਤੇ MCM ਸੈਕਿੰਡ ਆ ਗਿਆ। ਤਾਂ ਇੱਕ ਹੋਰ ਟੀਮ ਸੀ ਜੀ ਉੱਧਰ ਦੀ, ਮਾਧਵੇ ਦੀ। ਹੁਣ ਮੈਂ ਇੱਥੇ ਨਾਂ ਤਾਂ ਨਹੀਂ ਲਵਾਂਗੀ ਉਹਨਾਂ ਬੱਚੀਆਂ ਦਾ। ਉਹਨਾਂ ਬੱਚੀਆਂ ਨੂੰ ਨਹੀਂ ਸੀ ਪਤਾ ਵੀ ਮੈਂ ਜਸਬੀਰ ਹੈ। ਉਹ ਕਹਿੰਦੇ ਜੀ ਜਦੋਂ ਟੀਮ ਫਸਟ ਆਈ ਉੱਥੇ ਕੁੜੀਆਂ ਨੇ ਤਾਂ ਚੀਕਾਂ ਮਾਰਨੀਆਂ ਹੁੰਦੀਆਂ, ਪਰ ਅਸੀਂ ਬੱਚਿਆਂ ਨੂੰ ਕਿਹਾ ਹੁੰਦਾ ਵੀ ਕਦੇ ਹਾਈਪਰ ਨਹੀਂ ਹੋਣਾ। ਜੋ ਵੀ ਉੱਥੇ ਤੁਹਾਨੂੰ ਪ੍ਰਾਈਜ਼ ਮਿਲਦਾ ਹੈ ਉਸੇ ਤਰ੍ਹਾਂ ਉਹਨੂੰ ਅਸੈਪਟ ਕਰੋ। ਜੇ ਥਰਡ ਵੀ ਆਉਂਦੇ ਆ ਤਾਂ ਵੀ ਸਟੇਜ 'ਤੇ ਜਾਓ, ਨਮਸਕਾਰ ਕਰਕੇ ਉਵੇਂ ਸਟੇਜ 'ਤੇ ਚੜ੍ਹੋ, ਅਤੇ ਉਸ ਨੂੰ ਬੜੇ ਜੀ ਆਇਆਂ ਕਰਕੇ ਤੁਸੀਂ ਉਹਨੂੰ ਲਵੋ। ਉਹ ਟੀਮ ਦੀਆਂ ਕੁੜੀਆਂ ਜੀ, ਮੈਂ ਉੱਠ ਕੇ ਵਿੱਚੋਂ ਬਾਹਰ ਆਈ, ਅਤੇ ਕਿਉਂਕਿ ਮੈਂ ਵਾਪਸ ਚੰਡੀਗੜ੍ਹ ਆਉਣਾ ਸੀ। ਉਹ ਕਹਿੰਦੀਆਂ ਵੀ ਇਹ ਜਸਬੀਰ ਕੌਣ ਹੈ, ਇਹਦੀ ਸਮਝ ਨਹੀਂ ਆਉਂਦੀ, ਅੱਜ ਪਹਿਲਾਂ ਤਾਂ ਇਹਦੀ ਗੁੱਤ ਪੱਟੀਏ। ਅਤੇ ਮੈਂ ਪਾਸੇ ਖੜੀ, ਮੈਂ ਹੱਸ ਰਹੀ ਹਾਂ। ਮੈਂ ਕਿਹਾ ਵੀ ਦੱਸੋ ਇਹ ਬੱਚੀਆਂ ਨੇ, ਹੈ ਨਾ। ਉਹ ਕਹਿੰਦੀ ਕੋਈ ਬਹਿਸ ਹੈ, ਕਹਿੰਦੀ ਪਤਾ ਤਾਂ ਲੱਗੇ ਕੌਣ ਹੈ। ਵਿੱਚੇ ਜੀ ਉਹਨਾਂ ਨੇ ਜੌੜਾ ਸਾਹਿਬ ਨੂੰ ਗਾਲਾਂ ਕੱਢੀਆਂ, ਵਿੱਚੇ ਉਹਨਾਂ ਨੇ ਮੈਨੂੰ ਗਾਲਾਂ ਕੱਢੀਆਂ। ਮੈਂ ਫਿਰ ਉਹਨਾਂ ਟੀਚਰਸ ਨੂੰ, ਆਪਣੇ ਬੇਟੇ ਅਰਸ਼ ਨੂੰ ਫੋਨ ਕੀਤਾ। ਉਹ ਮੈਂ ਕਿਹਾ ਮੈਨੂੰ ਬਚਾ ਲਓ, ਕਿਤੇ ਇੱਥੇ ਮੈਨੂੰ ਕੁੱਟ ਕੱਟ ਹੀ ਨਾ ਦੇਣ। ਫਿਰ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਇਸ਼ਾਰਾ ਕੀਤਾ, ਮੈਂ ਕਿਹਾ ਬੇਟੇ ਮੈਂ ਡਾਕਟਰ ਜਸਬੀਰ ਬੈਂਸ ਹੈ, ਮੇਰੀ ਟੀਮ ਹੈ, ਐਵੇਂ ਹਾਈਪਰ ਨਹੀਂ ਹੋਈਦਾ ਹੁੰਦਾ। ਅਤੇ ਇਹ ਪੁੱਛੋ ਜੱਜਿਸ ਕੋਲੋਂ ਵੀ ਤੁਹਾਡਾ ਕੀ ਕਸੂਰ ਸੀ, ਕਿੱਥੇ ਤੁਹਾਡੇ ਗਿੱਧੇ ਦੇ ਵਿੱਚ ਕਮੀ ਸੀ। ਜਦੋਂ ਭਲਵਾਨ ਆਉਂਦੇ ਨੇ ਸਾਰੇ ਤਿਆਰੀ ਕਰਕੇ ਆਉਂਦੇ ਆ, ਜਿੱਤਣਾ ਬੇਟੇ ਇੱਕ ਨਹੀਂ ਹੁੰਦਾ। ਮੈਂ ਬੜੇ ਟਰਮੇ ਦੇ ਨਾਲ ਫਿਰ ਵੀ ਉਹਨਾਂ ਬੱਚਿਆਂ ਨੂੰ ਦੱਸਿਆ। ਉਹ ਕਹਿੰਦੀਆਂ ਮੈਮ ਸੌਰੀ, ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਉਹ ਮੈਡਮ ਹੈ ਜਸਬੀਰ, ਵੀ ਤੁਸੀਂ ਤਾਂ ਸਾਡੇ ਕੋਲ ਹੀ ਖੜੇ ਸੀ, ਪਰ ਤੁਸੀਂ ਕਹਿੰਦੇ ਨਾ ਕੋਈ ਹਾਈਪਰ ਹੋਏ ਨਾ ਕੀ ਹੋਏ। ਮੈਂ ਕਿਹਾ ਬੱਚਿਆਂ 'ਚ ਬੇਟੇ ਸਾਡੇ 'ਚ ਇਹੀ ਫਰਕ ਹੈ, ਜੇ ਅਸੀਂ ਹਾਈਪਰ ਹੋ ਕੇ ਗਿੱਧੇ ਕਰਾਈਏ ਉਹ ਗਿੱਧੇ ਨਹੀਂ ਹੁੰਦੇ। ਕਿਉਂਕਿ ਗਿੱਧੇ ਜਦੋਂ ਅਸੀਂ ਕਰਾਉਂਦੇ ਹਾਂ ਸਾਡੇ ਤਾਂ ਅੰਦਰ ਇੱਕ ਤੀਆਂ ਵਰਗੇ ਦਿਨ ਹੁੰਦੇ ਨੇ। ਮੈਂ ਜਦੋਂ ਵੀ ਕਿਸੇ ਵੀ ਕੋਚ ਨੂੰ ਮਿਲਦੀ ਹਾਂ, ਮੈਂ ਹਮੇਸ਼ਾ ਉਸ ਨੂੰ ਭੱਜ ਕੇ ਮਿਲਦੀ ਹਾਂ। ਕਿਉਂਕਿ ਇਹ ਤਾਂ ਇੱਕ ਸਬੱਬੀ ਮੇਲੇ ਹੁੰਦੇ ਨੇ ਸਾਲ ਬਾਅਦ। ਅਸੀਂ ਤਾਂ ਉਡੀਕਦੇ ਹਾਂ ਕਦੋਂ ਸਤੰਬਰ ਅਕਤੂਬਰ ਆਵੇ, ਕਦੋਂ ਤੀਆਂ ਦੇ ਦਿਨ ਸਾਡੇ ਦੁਆਰਾ ਆਉਣ, ਅਤੇ ਕਦੋਂ ਅਸੀਂ ਮਿਲੀਏ। ਇਸੇ ਤਰ੍ਹਾਂ ਇੱਕ ਵਾਰੀ ਮੈਨੂੰ ਗਿੱਲ ਸੁਰਜੀਤ ਜੀ, ਗਿੱਧੇ ਦੇ ਵਿੱਚ ਬੜਾ ਨਾਂ ਰਿਹਾ ਉਹਨਾਂ ਦਾ, ਹੁਣ ਉਹ ਥੋੜ੍ਹਾ ਜਿਹੀ ਉਹਨਾਂ ਦੀ ਹੈਲਥ ਖਰਾਬ ਹੈ। ਉਹ ਇੰਨੇ ਵਧੀਆ ਕੋਰੀਓਗ੍ਰਾਫਰ ਸੀ, ਅਤੇ ਇੱਕ ਵਾਰੀ ਉਹ ਕਿਤੇ ਗਿੱਧਾ ਕਰਵਾ ਰਹੇ ਸੀ। ਮੈਂ ਉਸ ਕਾਲਜ ਦੇ ਵਿੱਚ ਕੋਈ ਕੰਮ ਗਈ, ਮੈਂ ਉੱਥੋਂ ਹੀ ਮੁੜ ਕੇ ਆ ਗਈ। ਉਹਨਾਂ ਨੂੰ ਪਤਾ ਲੱਗਿਆ, ਕਹਿੰਦੇ ਵੀ ਕੁੜੀਏ ਤੂੰ ਕਿਉਂ ਮੁੜ ਆਈ। ਮੈਂ ਕਿਹਾ ਜੀ ਤੁਸੀਂ ਗਿੱਧਾ ਕਰਾਉਂਦੇ ਸੀ, ਕਿਤੇ ਟੀਚਰਸ ਨੂੰ ਇਹ ਨਾ ਹੋਵੇ ਵੀ ਜਸਵੀਰ ਸਾਡੀ ਬੋਲੀ ਚੋਰੀ ਕਰਕੇ ਲੈ ਗਈ ਹੈ। ਉਹ ਕਹਿੰਦੇ ਕੁੜੀਏ ਆਪਣੀਆਂ ਤਾਂ ਤੀਆਂ ਹੁੰਦੀਆਂ ਨੇ, ਕੰਪੀਟੀਸ਼ਨ ਤਾਂ ਬੱਚਿਆਂ ਦਾ, ਔਰ ਇਹਨਾਂ ਟੀਚਰਾਂ ਨੂੰ ਹੁੰਦਾ, ਆਪਾਂ ਨੂੰ ਤਾਂ ਕੋਈ ਨਹੀਂ। ਮੈਂ ਕਿਹਾ ਭਾਜੀ ਮੈਨੂੰ ਨਹੀਂ ਹੈ ਇਹ ਚੀਜ਼ ਦਾ, ਪਰ ਲੋਕਾਂ ਨੂੰ ਬਹੁਤ ਹੈ। ਕਿਉਂਕਿ ਲੋਕਾਂ ਨੂੰ ਇਹ ਆ ਵੀ ਦੂਜੇ ਦੇ ਬੋਲੀਆਂ ਚੱਕੋ ਅਤੇ ਪਾ ਦਿਓ। ਪਰ ਜਦੋਂ ਕੋਈ ਮੇਰੇ ਗਿੱਧੇ ਦੀ ਪੂਰੇ ਦਾ ਪੂਰੀ ਇੰਨੀ ਮਿਹਨਤ ਮੇਰੀ ਲੱਗੀ ਹੋਈ ਹੁੰਦੀ ਹੈ, ਕੋਈ ਚੱਕ ਕੇ ਆਪਣਾ ਨਾਂ ਜੋੜਦਾ, ਉਦੋਂ ਮੇਰੇ ਆਤਮਾ ਨੂੰ ਪੁੱਛ ਕੇ ਵੇਖੋ ਵੀ ਕੀ ਉਹ ਲਾਹਨਤਾਂ ਪਾਉਂਦੀ ਹੈ। ਪਰ ਕਦੇ ਵੀ ਮੈਂ ਆਪਣੀ ਜ਼ੁਬਾਨ ਨਹੀਂ ਖੋਲ੍ਹੀ ਵੀ ਇਹ ਸੈੱਟ ਮੇਰਾ। ਇੱਕ ਵਾਰੀ ਦੀ ਗੱਲ ਜੀ, ਮੈਂ ਚਲੇ ਗਈ ਕੋਈ ਗਿੱਧਿਆਂ ਦੀ ਜੱਜਮੈਂਟ 'ਤੇ, ਉੱਥੇ ਵੇਖਿਆ ਸਾਰਿਆਂ ਨੇ ਮੇਰੇ ਹੀ ਸੈੱਟ ਚੱਕੇ ਹੋਏ। ਬੜਾ ਦੁੱਖ ਵੀ ਹੋਇਆ ਅਤੇ ਖੁਸ਼ੀ ਵੀ ਹੋਈ। ਮੈਂ ਕਿਹਾ ਇਹਦਾ ਮਤਲਬ ਜਸਬੀਰ ਤੇਰੇ ਪੱਲੇ ਕੁਛ ਹੈਗਾ ਜਿਹੜੇ ਲੋਕੀ ਤੇਰੀ ਚੋਰੀ ਕਰਦੇ ਨੇ। ਪਰ ਉਹਦੇ ਪਿੱਛੇ ਮੈਂ ਇਹੀ ਕਹਿੰਦੀ ਹਾਂ ਵੀ ਆਪਣਾ ਨਾਂ ਨਾ ਜੋੜੋ। ਕਿਉਂਕਿ ਜਦੋਂ ਅਸੀਂ ਗਿੱਧਾ ਤਿਆਰ ਕਰਾਉਂਦੇ ਹਾਂ, ਉੱਥੇ ਬੈਠ ਕੇ ਮੈਂ ਬਹੁਤ ਕੁਛ ਨਵਾਂ ਕ੍ਰੀਏਟ ਕਰਦੀ ਹਾਂ। ਰਾਤ ਨੂੰ ਮੈਂ ਅਤੇ ਮੇਰਾ ਬੇਟਾ ਇੱਥੇ ਘਰ ਅਸੀਂ ਕਿੰਨਾ ਟਾਈਮ ਬੈਠ ਕੇ ਫਿਰ ਉਹ ਬੋਲੀ ਕਈ ਵਾਰੀ ਨਵੀਂ ਜੋੜੀ ਜਾਂਦੀ ਹੈ। ਫਿਰ ਕਿਉਂਕਿ ਮੈਂ 5 ਗਿੱਧੇ ਇੱਕ ਸੈਸ਼ਨ ਦੇ ਵਿੱਚ ਕਰਾਉਂਦੀ ਹਾਂ, ਅਤੇ 5 ਮੇਰੇ ਨਵੇਂ ਸੈੱਟ ਹੁੰਦੇ ਨੇ ਹਰ ਸਾਲ। ਜਿਹੜਾ ਮੈਂ MCM 'ਚ ਕਰਾ ਲਿਆ ਉਹ ਮੈਂ ਲੁਧਿਆਣੇ ਖਾਲਸਾ ਨਹੀਂ ਕਰਾਉਣਾ। ਜਿਹੜੇ ਖਾਲਸਾ 'ਚ ਕਰਾ ਦਿੱਤਾ ਉਹ ਮੈਂ ਉੱਥੇ ਦੇਵ ਸਮਾਜ ਨਹੀਂ ਕਰਾਉਣਾ। ਜਿਹੜਾ ਦੇਵ ਸਮਾਜ ਕਰਾ ਦਿੱਤਾ ਉਹ ਮੈਂ PAU ਨਹੀਂ ਕਰਾਉਣਾ। ਜਿਹੜਾ PAU 'ਚ ਕਰਾ ਦਿੱਤਾ ਉਹ ਮੈਂ RK ਆਰੀਆ ਨਹੀਂ ਕਰਾਉਣਾ। 5 ਮੇਰੇ ਹਰ ਸਾਲ ਨਵੇਂ ਸੈੱਟ।
ਨਹੀਂ ਜੀ, ਮੈਨੂੰ ਨਹੀਂ ਲੱਗਦਾ ਅਲੋਪ ਹੋ ਰਿਹਾ, ਕਿਉਂਕਿ ਗਿੱਧਾ ਤਾਂ ਸਾਡਾ ਕਿੱਥੇ ਤਾਂ ਘਰ ਦੇ ਵਿੱਚ ਹੀ ਰਹਿੰਦਾ ਸੀ, ਕਿੱਥੇ ਜਦੋਂ ਗਿੱਧੇ ਦਾ ਸਟੇਜੀਕਰਨ ਹੋ ਗਿਆ। ਹੁਣ ਜਿਹੜਾ ਗਿੱਧਾ ਹੈ ਉਹ ਸਾਡਾ ਵਰਲਡ ਲੈਵਲ ਤੇ ਪਹੁੰਚ ਚੁੱਕਿਆ। ਮੈਨੂੰ ਤਾਂ ਇਸ ਚੀਜ਼ 'ਚ ਬਹੁਤ ਮਾਣ ਆ ਆਪਣੇ ਪੰਜਾਬੀ ਕਲਚਰ ਦੇ ਉੱਤੇ। ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਪੰਜਾਬੀ ਹਾਂ। ਸਾਡੀ ਦਿੱਖ, ਸਾਡੀ ਬੋਲਚਾਲ, ਸਾਡਾ ਕੱਦ ਕਾਠ ਆਪਣੇ ਆਪ ਦੇ ਵਿੱਚ ਇੱਕ ਤੁਰਦਾ ਫਿਰਦਾ ਪੰਜਾਬੀ ਸੱਭਿਆਚਾਰ ਹੈ। ਤੇ ਜੇ ਅਸੀਂ ਕਹੀਏ ਵੀ ਭੰਗੜਾ ਕਿੱਥੋਂ ਅਲੋਪ ਹੋ ਗਿਆ? ਅਲੋਪ ਨਹੀਂ ਹੋਇਆ, ਅਸੀਂ ਅਲੋਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਜਦੋਂ ਥੋੜ੍ਹੇ ਜਿਹੇ ਹੱਥਾਂ ਦੇ ਵਿੱਚ ਆ ਰਹੀ ਹੈ ਚੀਜ਼, ਤਾਂ ਉਨੀ ਵਧੀਆ ਤਰ੍ਹਾਂ ਪ੍ਰਫੁੱਲਤ ਨਹੀਂ ਹੋ ਰਹੀ ਜਿਹੋ ਜਿਹੀ ਹੋਣੀ ਚਾਹੀਦੀ ਹੈ। ਹੁਣ ਆਪਾਂ ਕਈ ਵਾਰੀ ਵੇਖਦੇ ਹਾਂ ਵੀ ਜਿਹੜਾ ਗਿੱਧਾ, ਜਦੋਂ ਗਿੱਧਾ ਪੈ ਰਿਹਾ, ਉਹ ਗਿੱਧੇ ਦੇ ਵਿੱਚੋਂ ਲੜਕੀ ਦੇ ਹਾਵ ਭਾਵ ਹੈ ਜਿਹੜੇ ਉਹ ਜ਼ਾਹਰ ਹੋ ਰਹੇ ਹੈ। ਹੁਣ ਪਹਿਲਾਂ ਜਿਹੜਾ ਗਿੱਧਾ ਸੀ ਉਹ ਸਿਰਫ ਘਰ ਤੱਕ ਸੀਮਿਤ ਉਦੋਂ ਸੀ ਜਦੋਂ ਔਰਤਾਂ ਘਰ ਤੱਕ ਸੀਮਿਤ ਸੀ, ਉਹ ਵਿਆਹਾਂ ਸ਼ਾਦੀਆਂ ਤੱਕ ਹੀ ਸੀਮਿਤ ਸੀ, ਧੀਆਂ ਤੱਕ ਸੀਮਿਤ ਸੀ, ਜਾਂ ਕਰਵਾ ਚੌਥ ਤੱਕ ਸੀਮਿਤ ਸੀ। ਹੁਣ ਔਰਤ ਹੈ ਜਿਹੜੀ ਘਰ ਦੀ ਚਾਰ ਦੀਵਾਰੀ ਚੋਂ ਨਿਕਲ ਕੇ ਬਾਹਰ ਆ ਗਈ ਹੋਈ ਹੈ, ਉਹ ਪਾਇਲਟ ਬਣ ਗਈ ਹੋਈ ਹੈ। ਕਿਹੜਾ ਫੀਲਡ ਹੈ ਜਿੱਥੇ ਸਾਡੀ ਔਰਤ ਨਹੀਂ ਪਹੁੰਚੀ? ਤੇ ਗਿੱਧਾ ਹੈ ਜਿਹੜਾ, ਗਿੱਧਾ ਤਾਂ ਹੁਣ ਪੰਜਾਬਣਾਂ ਨੇ ਇੰਨੀ ਗਿੱਧੇ ਦੇ ਵਿੱਚ ਸ਼ਾਨ ਬਣਾ ਲਈ ਹੈ। ਹੁਣ ਦੇਖੋ, ਜੇਕਰ ਹਰ ਇੱਕ ਯੂਨੀਵਰਸਿਟੀ ਯੂਥ ਫੈਸਟੀਵਲ ਕਰਾਉਂਦੀ ਹੈ ਤਾਂ ਉੱਥੇ ਸਭ ਤੋਂ ਜ਼ਿਆਦਾ ਲੋਕੀ ਜਿਹੜੇ ਵੇਖਣ ਆਏ ਹੁੰਦੇ ਨੇ, ਗਿੱਧੇ ਨੂੰ ਵੇਖਣ ਆਏ ਹੁੰਦੇ ਨੇ, ਭੰਗੜੇ ਨੂੰ ਵੇਖਣ ਆਏ ਹੁੰਦੇ ਨੇ। ਸਭ ਤੋਂ ਜ਼ਿਆਦਾ ਰਸ਼ ਹੈ ਜਿਹੜਾ ਯੂਥ ਫੈਸਟੀਵਲ ਦੇ ਵਿੱਚ, ਉਹ ਗਿੱਧੇ ਭੰਗੜਿਆਂ ਦੇ ਵਿੱਚ ਹੁੰਦਾ। ਗਿੱਧਾ ਭੰਗੜਾ ਕੋਈ ਅਲੋਪ ਨਹੀਂ ਹੋ ਰਿਹਾ, ਸਗੋਂ ਇਹ ਦਿਨ ਪਰ ਦਿਨ ਮੱਲਾ ਮਾਰ ਰਿਹਾ ਹੈ। ਸਾਡੇ ਬੱਚੇ ਇਹਨਾਂ ਦੇ ਨਾਲ ਜੁੜ ਰਹੇ ਨੇ, ਉਹਨਾਂ ਨੇ ਆਪਣਾ ਇੱਕ ਪ੍ਰੋਫੈਸ਼ਨ ਬਣਾ ਰਹੇ ਨੇ। ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਆਪਣੀਆਂ ਅਕੈਡਮੀਜ਼ ਖੋਲ੍ਹੀ ਬੈਠੇ ਨੇ। ਹੁਣ ਬਾਹਰ ਵੇਖੋ, ਕੈਨੇਡਾ ਦੇ ਵਿੱਚ ਉਹ ਇੱਕ ਪੂਰੇ ਦਾ ਪੂਰਾ ਪੰਜਾਬ ਵਸਾਇਆ ਪਿਆ ਉਹਨਾਂ ਨੇ। ਮੇਰੀਆਂ ਬਹੁਤ ਸਾਰੀਆਂ ਸਟੂਡੈਂਟ ਕੈਨੇਡਾ ਦੇ ਵਿੱਚ ਉਹ ਫੈਮਿਲੀ ਵੀਜ਼ੇ 'ਤੇ ਗਈਆਂ ਹੋਈਆਂ, ਕਈ ਮੈਰਿਜ ਬੇਸ 'ਤੇ ਗਈਆਂ ਹੋਈਆਂ। ਉਹ ਜਦੋਂ ਉੱਥੇ ਕਹਿੰਦੇ ਵੀ ਮੈਡਮ ਇੰਨਾ ਗਿੱਧਾ ਪੈਂਦਾ ਹੈ, ਉਹ ਕਈ ਵਾਰੀ ਮੇਰੇ ਕੋਲੋਂ ਫੋਨ ਕਰਕੇ ਬੋਲੀਆਂ ਪੁੱਛਦੀਆਂ ਨੇ। ਜਾਂ ਹੁੰਦਾ ਵੀ ਉੱਥੇ ਕੋਈ ਲੇਡੀ ਸੰਗੀਤ ਹੋਣਾ, ਮੈਡਮ ਜੀ ਆ ਕੁੜੀ ਦਾ ਵਿਆਹ ਹੈ ਤੇ ਮੈਂ ਕਿਹਾ ਫਿਰ ਕੀ ਚਾਹੀਦਾ, ਸੁਹਾਗ ਦੱਸਿਓ ਕੋਈ ਛੇਤੀ ਦੇ ਕੇ। ਮੈਂ ਕਿਹਾ ਛੇਤੀ ਦੇ ਕੇ ਮੈਂ ਦੱਸ ਦੂੰ, ਤੈਨੂੰ ਗਾਉਣਾ ਆ ਜਾਏਗਾ। ਉਹ ਮੈਡਮ ਅਸੀਂ ਕੁਛ ਨਾ ਕੁਛ ਟੁੱਟਿਆ ਫੁੱਟਿਆ ਗਾ ਲਾਂਗੇ। ਮੀਨਸ ਕਿ ਉਹ ਬੱਚੇ ਉੱਥੇ ਵੀ ਆਪਣੇ ਪੰਜਾਬ ਦੀ ਮਹਿਕ ਆ ਜਿਹੜੀ ਉਹ ਖਿਲਾਰ ਰਹੇ ਨੇ। ਇਸੇ ਤਰ੍ਹਾਂ ਭੰਗੜੇ ਦੇ ਬਹੁਤ ਸਾਰੇ ਸਾਡੇ ਬੱਚੇ ਬਾਹਰ ਬੈਠੇ ਨੇ, ਕੈਨੇਡਾ 'ਚ ਬੈਠੇ ਨੇ, ਅਮਰੀਕਾ 'ਚ ਬੈਠੇ ਨੇ, ਆਸਟ੍ਰੇਲੀਆ 'ਚ ਬੈਠੇ ਨੇ। ਉਹਨਾਂ ਨੇ ਤਾਂ ਭੰਗੜੇ ਨੂੰ ਉੱਥੇ ਵੀ ਚਾਰ ਚੰਨ ਲਾ ਦਿੱਤੇ ਨੇ। ਹੁਣ ਗੋਰੇ ਨੇ ਜਿਹੜੇ, ਭਾਵੇਂ ਉਹਨਾਂ ਨੂੰ ਸਾਡੀ ਲੈਂਗੁਏਜ ਸਮਝ ਨਾ ਆਵੇ, ਪਰ ਸਾਡੀ ਢੋਲ ਦੀ ਜਦੋਂ ਤਾਲ ਵੱਜਦੀ ਹੈ, ਬੀਟ ਵੱਜਦੀ ਹੈ, ਉਹਨਾਂ ਦੇ ਪੈਰ ਤਾਂ ਆਪਣੇ ਆਪ ਥਿਰਕਣ ਲੱਗ ਜਾਂਦੇ ਨੇ। ਇਸ ਕਰਕੇ ਭੰਗੜਾ ਗਿੱਧਾ ਅਲੋਪ ਨਹੀਂ ਹੋ ਰਿਹਾ, ਸਗੋਂ ਇਹ ਦਿਨ ਪਰ ਦਿਨ ਮੈਂ ਤਾਂ ਕਹਿੰਦੀ ਹਾਂ ਵੀ ਚੜ੍ਹਾਈਆਂ ਕਰਦਾ ਜਾ ਰਿਹਾ, ਹੋਰ ਚੜ੍ਹਾਈਆਂ ਕਰੇਗਾ। ਕਿਉਂਕਿ ਮੈਂ ਇਹ ਹਮੇਸ਼ਾ ਹੀ ਕਹਾਂਗੀ ਵੀ ਮੈਂ ਬਹੁਤ ਕੁੜੀਆਂ ਨੂੰ ਗਿੱਧਾ ਸਿਖਾਇਆ, ਪਰ ਬੱਚੇ ਅੱਗੇ ਨਹੀਂ ਆ ਰਹੇ। ਹੁਣ ਮੈਂ ਦੇਖੋ ਵੇਖਾਂ, ਮੇਰੇ ਕਾਲਜ ਦੀਆਂ ਜਦੋਂ ਤੋਂ ਉਹਨਾਂ ਨੇ ਬੈਸਟ ਡਾਂਸਰ ਕੱਢਣੀ ਸ਼ੁਰੂ ਕੀਤੀ, GND ਯੂਨੀਵਰਸਿਟੀ ਨੇ, ਮੇਰੇ ਕਾਲਜ ਦੀ ਲੜਕੀ ਉਹ ਹਮੇਸ਼ਾ ਬੈਸਟ ਡਾਂਸਰ ਆਉਂਦੀ ਹੈ। ਦੁਪਿੰਦਰ ਜਿਹੜੀ ਕੈਨੇਡਾ ਦੇ ਵਿੱਚ ਬੈਠੀ ਹੈ, ਬਹੁਤ ਵਧੀਆ ਗਿੱਧੇ ਦੀ ਆਰਟਿਸਟ ਸੀ। ਉਸ ਤੋਂ ਬਾਅਦ ਨਵਦੀਪ, ਉਹ ਚਲੇ ਗਈ, ਨਵਦੀਪ ਆ ਗਈ, ਨਵਦੀਪ ਪਾਸ ਆਊਟ ਹੋ ਗਈ, ਰਮਨਪ੍ਰੀਤ ਆ ਗਈ, ਉਹ ਮੇਰੀ ਭਤੀਜੀ ਸੀ। ਮਤਲਬ ਲਗਾਤਾਰ 4-4 5-5 ਸਾਲ ਜਿੰਨੇ ਟਾਈਮ ਰਹਿੰਦੀਆਂ ਨੇ, ਉਹਨਾਂ 'ਚੋਂ ਇੱਕ ਲੜਕੀ ਬੈਸਟ ਡਾਂਸਰ। ਫਿਰ ਮੈਂ ਦੇਵ ਸਮਾਜ ਦੀ ਗੱਲ ਕਰਾਂ, ਦੇਵ ਸਮਾਜ ਦੇ ਵਿੱਚ ਜਸਪ੍ਰੀਤ, ਉਹ ਬੱਚੇ ਮੇਰੇ ਬਹੁਤ ਹੀ ਕਲੋਜ਼ ਹੈ। ਕਈ ਵਾਰੀ ਹੁੰਦਾ ਵੀ ਮੈਂ ਗਿੱਧਾ ਤਿਆਰ ਕਰਕੇ ਮੈਂ ਕਹਿੰਦੀ ਹਾਂ ਵੀ ਹੁਣ ਇਹਨੂੰ ਮਾੜਾ ਜਿਹਾ ਪੋਲਿਸ਼ ਕਰ ਦੇ। ਉਹ ਕਹਿੰਦੇ ਮੈਡਮ ਵਿੱਚ ਨੂੰ ਚੱਕਰ ਮਾਰ ਜੋ। ਮੈਂ ਚੱਕਰ ਮਾਰਨਾ, ਉਹਨੇ ਪੋਲਿਸ਼ ਕਰਾਉਣਾ। ਬਟ ਹਾਲੇ ਬੱਚਿਆਂ 'ਚ ਉਹ ਕੌਨਫੀਡੈਂਸ ਨਹੀਂ। ਮੈਂ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਸੈੱਟ ਵੀ ਲਾਉਣਾ ਸਿੱਖੋ, ਮੈਂ ਤੁਹਾਡੇ ਕੋਲ ਬੈਠ ਕੇ ਕਰਦੀ ਹਾਂ। ਪਰ ਉਹ ਬੱਚੇ ਅੱਗੇ ਨਹੀਂ ਆ ਰਹੇ। ਕਈ ਬੱਚਿਆਂ ਨੂੰ ਫੈਮਿਲੀ ਦੀ ਸਪੋਰਟ ਵੀ ਮਿਲਦੀ ਹੈ, ਪਰ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ, ਸਾਡੇ ਅੱਜ ਕੱਲ੍ਹ ਲੇਡੀਜ਼ ਦੇ ਅੱਗੇ ਨਾ ਆਉਣ ਕਰਕੇ ਹੀ ਮੁੰਡਿਆਂ ਨੇ ਇਹ ਕੰਮ ਸਾਂਭ ਲਿਆ। ਜੇਕਰ ਅਸੀਂ ਕੰਮ ਸਾਂਭਿਆ ਹੁੰਦਾ, ਮੇਰੇ ਵਰਗੀਆਂ 2-4 ਹੋਰ ਮੇਰੀਆਂ ਭੈਣਾਂ ਅੱਗੇ ਆਈਆਂ ਹੁੰਦੀਆਂ, ਤਾਂ ਮੈਨੂੰ ਨਹੀਂ ਲੱਗਦਾ ਵੀ ਤੀਆਂ ਜਿਹੜੀਆਂ ਮਰਦਾਂ ਨੂੰ ਲਾਉਣੀਆਂ ਪੈਂਦੀਆਂ। ਮੈਂ ਅੱਜ ਵੀ ਚੈਨਲ ਦੇ ਥਰੂ ਅੱਗੇ ਇੱਕ ਸੁਨੇਹਾ ਜ਼ਰੂਰ ਦੇਣਾ ਚਾਹੁੰਦੀ ਹਾਂ, ਬੱਚਿਓ, ਕੁੜੀਓ, ਮੇਰੀਓ ਬੱਚਿਓ, ਮੇਰੀਓ ਭੈਣੋ, ਅੱਗੇ ਆਓ, ਆਪਾਂ ਰਲ ਕੇ ਪਿੰਡਾਂ ਦੇ ਵਿੱਚ ਤੀਆਂ ਲਾਈਏ, ਸ਼ਹਿਰਾਂ ਦੇ ਵਿੱਚ ਤੀਆਂ ਲਾਈਏ। ਕਿਉਂਕਿ ਬੱਚਿਆਂ ਨੂੰ ਤੀਆਂ ਤੇ ਤਰਿੰਜਣ ਦਾ ਡਿਫਰੈਂਸ ਨਹੀਂ ਪਤਾ। ਕਈ ਸਾਡੇ ਜਿਹੜੇ ਕਿ
ਬਹੁਤ ਸਾਰੇ ਕੋਚ ਇਹੋ ਜਿਹੇ ਆ ਰਹੇ ਨੇ ਜਿਨ੍ਹਾਂ ਨੂੰ ਤੀਆਂ ਤੇ ਤਰਿੰਜਣ ਨਹੀਂ ਪਤਾ, ਉਹ ਸਟਾਰਟਿੰਗ ਤਰਿੰਜਣ ਲਾ ਦੇਣਗੇ, ਐਂਡ ਆ ਜਿਹੜਾ ਤੀਆਂ ਦਾ ਕਰ ਦੇਣਗੇ। ਫਿਰ ਜਦੋਂ ਕਹਿੰਦੇ ਨੇ ਵੀ ਮੈਡਮ ਆਹ ਤੁਸੀਂ ਕਿਉਂ ਨਹੀਂ ਸਾਡੀ ਟੀਮ ਕੱਢੀ, ਫਿਰ ਉਹ ਦੱਸੀਦਾ ਵੀ ਬੱਚੇ ਤੀਆਂ ਤੇ ਤਰਿੰਜਣ ਬਹੁਤ ਡਿਫਰੈਂਟ ਚੀਜ਼ ਹੈ। ਤਰਿੰਜਣ ਤਾਂ ਖਤਮ ਹੀ ਹੋ ਗਏ, ਉਹ ਤਾਂ ਪੁਰਾਤਨ ਪੰਜਾਬ ਚ ਲੱਗਦੇ ਸੀ। ਹੁਣ ਕਿੱਥੇ ਔਰਤਾਂ ਇਕੱਠੀਆਂ ਬੈਠ ਕੇ ਕਸੀਦਾ ਕੱਢਦੀਆਂ, ਕਿੱਥੇ ਹੁਣ ਚਰਖੇ ਡਾਏ ਜਾਂਦੇ ਨੇ, ਕਿੱਥੇ ਹੁਣ ਦਰੀਆਂ ਬੁਣੀਆਂ ਜਾਂਦੀਆਂ ਨੇ, ਕਿੱਥੇ ਪੱਖੀਆਂ ਬਣਾਈਆਂ ਜਾਂਦੀਆਂ ਨੇ। ਤੀਆਂ ਤਾਂ ਬੇਟੇ ਇੱਕ ਤਿਉਹਾਰ ਹੈ ਸਾਉਣ ਦੇ ਵਿੱਚ ਤੀਜ ਤੋਂ, ਤੇ ਇਸ ਕਰਕੇ ਦੋਨੋਂ ਚੀਜ਼ਾਂ ਡਿਫਰੈਂਟ ਆ। ਹੁਣ ਜੇਕਰ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਦੱਸਾਂਗੇ ਤਾਂ ਹੀ ਬੱਚਿਆਂ ਨੂੰ ਪਤਾ ਚੱਲੇਗਾ ਨਾ ਵੀ ਤੀਆਂ ਤੇ ਤਰਿੰਜਣ ਕੀ ਹੈ। ਇਸ ਕਰਕੇ ਸਾਡੀਆਂ ਮੇਰੀਆਂ ਭੈਣਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ। ਸਾਰੀਆਂ ਫੈਮਲੀਜ਼, ਬਹੁਤ ਸਾਰੇ ਫੈਮਲੀ ਸਪੋਰਟ ਕਰਦੀਆਂ ਨੇ। ਜਦ ਮੇਰੀ ਫੈਮਲੀ ਨੇ ਸਪੋਰਟ ਕੀਤਾ, ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਦੀ ਫੈਮਲੀ ਨਹੀਂ ਕਰੇਗੀ। ਕਿਉਂਕਿ ਆਪਾਂ ਕੋਈ ਮਾੜਾ ਕੰਮ ਨਹੀਂ ਕਰ ਰਹੇ, ਆਪਾਂ ਤਾਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਆਪਣੇ ਕਲਚਰ ਨੂੰ ਅੱਗੇ ਪ੍ਰਮੋਟ ਕਰ ਰਹੇ ਹਾਂ। ਜੇਕਰ ਬੱਚਿਆਂ ਨੂੰ ਹੁਣ ਦੇਖੋ, ਅਸੀਂ ਹਰ ਇੱਕ ਰੀਤ ਦਾ ਦੱਸਦੇ ਹਾਂ। ਹੁਣ ਘਰ ਦੇ ਵਿੱਚ ਕਿੰਨੀਆਂ ਰੀਤਾਂ ਹੁੰਦੀਆਂ ਨੇ ਜਦੋਂ ਵਿਆਹ ਹੁੰਦਾ, ਤੇ ਉਹ ਕੁੜੀਆਂ ਨੂੰ ਕੋਈ ਗੀਤ ਨਹੀਂ ਆਉਂਦਾ, ਬੁੜੀਆਂ ਵੀ ਉਹਨਾਂ ਦੇ ਨਾਲੇ ਲੱਗ ਜਾਂਦੀਆਂ ਨੇ, ਨਾ ਭਾਈ ਹੁਣ ਤਾਂ ਨਹੀਂ ਗਾਏ ਜਾਂਦੇ। ਕਿਉਂ ਨਹੀਂ ਗਾਏ ਜਾਂਦੇ? ਜੇਕਰ ਆਪਾਂ ਗਾਵਾਂਗੇ ਤਾਂ ਹੀ ਅੱਗੇ ਕੁੜੀਆਂ ਨੂੰ ਆਉਣਗੇ ਨਾ। ਕਿਉਂਕਿ ਦੇਖੋ ਸੁਹਾਗ ਦੇ ਵਿੱਚ ਕਿੱਡਾ ਉਤਰੇਵਾ ਹੁੰਦਾ, ਧੀ ਨੇ ਭਰਿਆ ਘਰ ਛੱਡ ਕੇ ਜਾਣਾ ਹੁੰਦਾ। ਘੋੜੀ ਦੇ ਵਿੱਚ ਕਿੰਨੀਆਂ ਖੁਸ਼ੀਆਂ ਹੁੰਦੀਆਂ ਵੀ ਸਾਡੇ ਘਰ ਦੇ ਵਿੱਚ ਇੱਕ ਨਵਾਂ ਜੀ ਆਉਣਾ। ਤੇ ਉਹ ਜਿਹੜੀਆਂ ਚੀਜ਼ਾਂ ਇਹੀ ਅਸੀਂ ਬੱਚਿਆਂ ਦੇ ਵਿੱਚ ਭਰਨੀਆਂ। ਇਹ ਮੈਨੂੰ ਲੱਗਦਾ ਹੈ ਵੀ ਇਹਨਾਂ ਚੀਜ਼ਾਂ ਨੂੰ ਇੱਕ ਮਰਦ ਨਹੀਂ ਭਰ ਸਕਦਾ ਜੋ ਇੱਕ ਔਰਤ ਭਰ ਸਕਦੀ। ਇੱਕ ਵੀਰ ਦਈ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ, ਖੰਡ ਕੁੜੀਓ ਵੀਰ ਮਿਲਿਆ ਤੇ ਪੈ ਜਾਂਦੀ ਠੰਡ ਕੁੜੀਓ। ਹੁਣ ਜਿਹੜੀ ਠੰਡ ਹੈ ਉਹ ਭੈਣਾਂ ਦੇ ਹੀ ਪੈਂਦੀ ਹੈ, ਉਹ ਮਰਦਾਂ ਦੇ ਥੋੜ੍ਹਾ ਪੈ ਸਕਦੀ ਹੈ, ਵੀਰ ਦੇ ਨਹੀਂ ਨਾ ਪੈਂਦੀ। ਵੀਰ ਤਾਂ ਸਾਰੀ ਜ਼ਿੰਦਗੀ ਦੇ ਇੱਕ ਮਾਪੇ ਹੁੰਦੇ ਨੇ, ਵਾਕਿਆ ਹੀ ਮਾਪੇ ਹੁੰਦੇ ਨੇ। ਮੈਂ ਇਹ ਚੀਜ਼ ਦੇ ਨਾਲ ਬਿਲਕੁਲ ਸਹਿਮਤ ਹਾਂ। ਕਿਉਂਕਿ ਮੇਰੇ ਭਰਾਵਾਂ ਨੇ ਬਿਲਕੁਲ ਹੀ ਮੈਨੂੰ ਇੱਕ ਇਸ ਤਰ੍ਹਾਂ ਉਹ ਪੇਸ਼ ਆਉਂਦੇ ਨੇ ਮੇਰੇ ਨਾਲ ਜਿਵੇਂ ਮੈਂ ਉਹਨਾਂ ਦੀ ਵਾਕਿਆ ਹੀ ਇੱਕ ਧੀ ਹੋਵਾਂ। ਤੇ ਮੇਰੇ 4 ਭਤੀਜੇ ਨੇ, 3 ਭਰਾਵਾਂ ਦੇ ਮੇਰੇ ਬੇਟੇ ਨੇ, ਤੇ ਉਹਨਾਂ ਦੇ ਵਿੱਚੋਂ ਜਦੋਂ ਭੂਆ ਕਹਿੰਦੇ ਨੇ, ਵਾਕਿਆ ਹੀ ਇੱਥੇ ਮੈਂ ਹੁਣ ਇੱਕ ਬੋਲੀ ਦੇ ਰੂਪ ਵਿੱਚ ਤੁਹਾਨੂੰ ਦੱਸਾਂਗੀ। ਕਿਸੇ ਕੁੜੀ ਦਾ ਇੱਕ ਭਤੀਜਾ, ਮੇਰੇ ਭਤੀਜੇ 4 ਨੀ, ਜਦ ਭੂਆ ਕਹਿੰਦੇ ਕਲੇਜਾ ਦੰਦੇ ਠਾਰ ਨੀ, ਜਦ ਭੂਆ ਕਹਿੰਦੇ ਕਲੇਜਾ ਦੰਦੇ ਠਾਰ ਨੀ, ਜਦ ਭੂਆ ਕਹਿੰਦੇ